ਥਾਪਿਆ ਨਾ ਜਾਏ, ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰਖੀਐ ਭਾਉ। ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਏ। ਗੁਰ ਈਸ਼ਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, कहना कथन ना जाए। गुरा एक देह बुझाए, सबना दिया का एक दाता। सो मैं विसर ना जाए। गुरा एक देह बुझाए, सबना दिया का एक दाता। सो मैं विसर ना जाए। वाहिगुरु जी का खालसा, वाहिगुरु जी की फतेह। जुग जुग अटल चौर छत्र तख्त दे मालिक सतगुरु श्री गुरु ग्रंथ साहिब जी महाराज जी दी पावन पवित्र चरण शरण दे अंदर जुड़ बैठे गुरसिख प्यार वाले बड़े भागे हो, जो अमृत वेले में संभालदियां होइयां सतगुरां दे दर दे उत्ते लाहा प्राप्त करन दे वास्ते जुड़ बैठना कर रहे हो। लड़ीवार चल रही जपजी साहिब जी के गुरशब्द विचार के अंदर हाजरियां भरन तो पहला सतगुरां दे चरनां कमलां च हाजरियां लवाउंदियां होइयां गुरफतह प्रवान करना करो जी। वाहिगुरु जी का खालसा, वाहिगुरु जी की फतेह। कल असी 4 पौड़ियां तक विचार कर चुके सन कि गुरुदेव पातशाह ने सानू गल समझा देना कीती सी कि जेकर असी सचियार बनना है तो उस प्रभु परमात्मा के गुण गाने पैणगे, उस परमात्मा के नाल प्रीत पाउणी पवेगी। ते हुण गुण किहदे गाउने ने, किस दे असी गुण गाउने ने? कोई की वो दुनियादारी दे विच कोई इंसान है जां कोई बाहरी तौर दे उत्ते कोई हस्ती है जां उसनूं किस रूप दे विच असी देख सकदे हां। उसदी गल गुरुदेव पातशाह ने समझाउंदियां होइयां साडी झोली दे विच जो सोझ पाई है उस दे नाल आप जी दे नाल रूबरू होण जा रहे हैं। कोशिश करनी है कि नाले शुद्ध उच्चारण करना ते नाल ही असीं उन्हां बचनां नूं विचारन दी भी कोशिश करनी है। साहिब धन गुरु नानक देव जी महाराज जी वचन उच्चारण करन लगे, थापिया ना जाए, कीता ना हुए। थापिया ना जाए, थापिया तो भाव है टिका देना, बिठा देना जां उसनूं बना देना। थापिया ना जाए अते उस प्रभु परमात्मा नूं असीं उहदे नाल प्रीत पाउणी है जिहनूं कोई थाप नहीं सकदा। असीं थापण तो भाव है असीं इवें नहीं आख दिंदे ना किसी नूं किसी दी गद्दी दे उत्ते थाप देना, बिठा देना कि फलाणे नूं फलाणे दी गद्दी दे उत्ते बिठा दित्ता है, थाप दिता है, फलाणे नूं जथेदार थाप दिता है, उसनूं बना दिता है। लेकिन परमात्मा नूं कोई थाप नहीं सकता क्योंकि उसने ही सारी सृष्टि नूं पैदा किया, सारिਆਂ ਨੂੰ ਬਣਾਉਣ वाला वो आप है, सारिਆਂ ਦੇ ਵਿੱਚ मौजूद भी वो आप है। ਤੇ ਅਸੀਂ ਜਿਹੜਾ ਉਹ ਸਾਰਿਆਂ ਦੇ ਵਿੱਚ ਮੌਜੂਦ ਹੈ
ਉਸ ਨੂੰ ਅਸੀਂ ਥਾਪ ਕਿੱਦਾਂ ਸਕਦੇ ਹਾਂ? ਉਸ ਨੂੰ ਕੋਈ ਥਾਪ ਨਹੀਂ ਸਕਦਾ, ਉਸ ਨੂੰ ਕੋਈ ਬਣਾ ਨਹੀਂ ਸਕਦਾ। ਥਾਪਿਆ ਨਾ ਜਾਏ, ਉਹਨੂੰ ਕੋਈ ਸਤੂਪ, ਕਿਉਂਕਿ ਜਿਹੜਾ ਸਥਾਨ ਹੈ ਇਹ ਸੰਸਕ੍ਰਿਤ ਲਫ਼ਜ਼ ਦਾ ਸ਼ਬਦ ਬਣਿਆ ਹੋਇਆ ਹੈ। ਉਸ ਨੂੰ ਕਿਸੇ ਸਥਾਨ ਦੇ ਉੱਤੇ ਥਾਪ ਨਹੀਂ ਸਕਦੇ। ਆਮ ਤੌਰ ਦੇ ਉੱਤੇ ਜਿਵੇਂ ਮੂਰਤੀ ਨੂੰ ਸਥਾਪਨਾ ਕਰਨੀ ਹੁੰਦੀ ਹੈ, ਜਾਂ ਘਰ ਦੀ ਸਥਾਪਨਾ ਕਰਨੀ ਹੁੰਦੀ ਹੈ, ਜਾਂ ਗੁਰਦੁਆਰੇ ਦੀ ਸਥਾਪਨਾ ਕਰਨੀ ਹੁੰਦੀ ਹੈ, ਅਸੀਂ ਆਪਣੇ ਕੋਈ ਪਾਰਟਿਕੂਲਰ ਜਗ੍ਹਾ ਲੱਭ ਕੇ ਉਸ ਨੂੰ ਸਥਾਪਿਤ ਕਰ ਦਿੱਤਾ। ਲੇਕਿਨ ਪਰਮਾਤਮਾ ਨੂੰ ਕੋਈ ਸਥਾਪਿਤ ਨਹੀਂ ਕਰ ਸਕਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਤੇ ਨਾ ਹੀ ਉਹਨੂੰ ਕੋਈ ਬਣਾ ਸਕਦਾ ਹੈ। ਥਾਪ ਵੀ ਨਹੀਂ ਸਕਦਾ ਤੇ ਬਣਾ ਵੀ ਨਹੀਂ ਸਕਦਾ। ਕੀਤਾ ਨਾ ਹੋਏ, ਉਹ ਕੀਤਾ ਜਾਣਾ ਹੀ ਨਹੀਂ, ਬਣਾਇਆ ਜਾਣਾ ਹੀ ਨਹੀਂ, ਕਿਉਂਕਿ ਉਹ ਸਾਰਿਆਂ ਨੂੰ ਬਣਾਉਣ ਵਾਲਾ ਤੇ ਉਹ ਆਪ ਹੈ। ਉਹਨੂੰ ਬਣਾਉਣ ਵਾਲਾ ਕੌਣ ਹੈ? ਉਹਨੂੰ ਕੋਈ ਬਣਾ ਨਹੀਂ ਸਕਦਾ। ਤੇ ਨਾਲ ਸਾਈਂ ਕਹਾਂਗੇ ਆਪੇ ਆਪ ਨਿਰੰਜਨ ਸੋਏ। ਨਿਰੰਜਨ ਸ਼ਬਦ ਤੋਂ ਭਾਵ ਹੈ ਮਾਇਆ ਤੋਂ ਰਹਿਤ। ਅੰਜਨ ਤੋਂ ਭਾਵ ਹੈ ਮਾਇਆ। ਮਾਇਆ ਆਮ ਤੌਰ ਦੇ ਉੱਤੇ ਜਦੋਂ ਮਾਇਆ ਦੀ ਗੱਲ ਆਉਂਦੀ ਹੈ ਨਾ, ਅਸੀਂ ਆਮ ਤੌਰ ਦੇ ਉੱਤੇ ਧਨ ਜਾਇਦਾਦ ਨੂੰ ਮਾਇਆ ਮੰਨ ਲੈਂਦੇ ਹਾਂ, ਜਾਂ ਕੋਈ ਬਾਹਰੀ ਤੌਰ ਦੇ ਉੱਤੇ ਦੁਨੀਆਦਾਰੀ ਦੇ ਰਸਾਂ ਕਸਾਂ ਨੂੰ ਮਾਇਆ ਮੰਨ ਲੈਂਦਾ ਹੈ। ਲੇਕਿਨ ਜਦੋਂ ਅਸੀਂ ਸਤਿਗੁਰਾਂ ਦੀ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਨੂੰ ਵਾਚਦੇ ਹਾਂ, ਜਾਂ ਫਿਲਾਸਫੀ ਦੇ ਅੰਦਰ ਡੀਪਲੀ ਸਟੱਡੀ ਕਰਦੇ ਹਾਂ, ਤੇ ਸਾਹਿਬ ਆਖਦੇ ਨੇ, ਪ੍ਰੋਫੈਸਰ ਤੇਜਾ ਸਿੰਘ ਹੋਣੀ ਬੜੀ ਸੋਹਣੀ ਸੁੰਦਰ ਉਦਾਹਰਨ ਦਿੰਦੇ ਨੇ। ਆਖਦੇ ਨੇ ਕਿ ਉਹ ਸਾਰੀਆਂ ਵਸਤੂਆਂ ਮਾਇਆ ਨੇ ਜਿਹੜੀਆਂ ਜੀਵ ਨੂੰ ਪਰਮਾਤਮਾ ਨਾਲੋਂ ਤੋੜ ਕੇ, ਸੰਸਾਰ ਨਾਲੋਂ ਤੋੜ ਕੇ, ਵਾਹਿਗੁਰੂ ਪਰਮਾਤਮਾ ਨਾਲੋਂ ਤੋੜ ਕੇ ਸੰਸਾਰ ਨਾਲ ਜੋੜਦੀਆਂ ਨੇ। ਉਹ ਸਾਰਾ ਕੁਝ ਮਾਇਆ ਹੈ। ਜਿਹੜੀ ਚੀਜ਼ ਪਰਮਾਤਮਾ ਨਾਲੋਂ ਤੋੜ ਕੇ ਸੰਸਾਰ ਨਾਲ ਜੋੜਦੀ, ਉਹ ਸਾਰਾ ਕੁਝ ਮਾਇਆ ਹੈ। ਜੇਕਰ ਪਰਮਾਤਮਾ ਨੂੰ ਭੁਲਾਉਣ ਦੇ ਵਿੱਚ ਸਾਨੂੰ ਧੀਆਂ ਪੁੱਤਰ, ਰਿਸ਼ਤੇਦਾਰ ਜਾਂ ਦੁਨੀਆਦਾਰੀ ਦੀਆਂ ਵਸਤੂਆਂ, ਧਨ ਜਾਇਦਾਦ, ਮਹਿਲ ਮਾੜੀਆਂ, ਜਿਹੜੀ ਚੀਜ਼ ਵੀ ਪਰਮਾਤਮਾ ਨਾਲ ਤੋੜ ਕੇ ਸਾਨੂੰ ਸੰਸਾਰ ਨਾਲ ਜੋੜਦੀ ਹੈ, ਉਹ ਸਾਰੀ ਮਾਇਆ। ਜਿਹੜੀ ਵੀ ਚੀਜ਼, ਚਾਹੇ ਉਹ ਫੋਨ ਹੋਣ, ਚਾਹੇ ਉਹ ਸੰਸਾਰਿਕ ਤੌਰ ਦੇ ਉੱਤੇ ਕੋਈ ਵੀ ਚੀਜ਼ ਹੋਵੇ, ਜਿਹੜੀ ਵੀ ਚੀਜ਼ ਪਰਮਾਤਮਾ ਨਾਲੋਂ ਤੋੜ ਰਹੀ ਹੈ, ਉਹ ਮਾਇਆ ਹੈ। ਲੇਕਿਨ ਜਿਹੜੀ ਚੀਜ਼ ਪਰਮਾਤਮਾ ਨਾਲ ਜੋੜ ਰਹੀ ਹੈ, ਉਹ ਮਾਇਆ ਨਹੀਂ, ਉਹ ਪਰਮਾਤਮਾ ਨਾਲ ਮਿਲਣ ਦਾ ਸਾਧਨ ਹੈ, ਪਰਮਾਤਮਾ ਨਾਲ ਜੁੜਨ ਦਾ ਸਾਧਨ ਹੈ। ਤੇ ਸਾਹਿਬ ਕਹਿਣ ਲੱਗੇ, ਸਮਝਾਉਣ ਲੱਗੇ ਕਿ ਪ੍ਰਭੂ ਪਰਮਾਤਮਾ ਜਿਹੜਾ ਹੈ ਉਹ ਅੰਜਨ ਹੈ, ਨਿਰਅੰਜਨ ਹੈ। ਅੰਜਨ ਤੋਂ ਭਾਵੇਂ ਮਾਇਆ, ਮਾਇਆ ਤੋਂ ਰਹਿਤ ਪ੍ਰਭੂ ਪਰਮਾਤਮਾ ਉਹ ਆਪ ਹੈ। ਆਪੇ ਆਪ ਨਿਰੰਜਨ ਸੋਏ, ਉਹ ਆਪਣੇ ਆਪ ਹੀ ਮਾਇਆ ਤੋਂ ਰਹਿਤ ਹੈ। ਉਹਨੂੰ ਮਾਇਆ ਤੋਂ ਰਹਿਤ ਕੋਈ ਕਰ ਨਹੀਂ ਸਕਦਾ। ਉਹ ਕੇਵਲ ਤੇ ਕੇਵਲ ਪਰਮਾਤਮਾ ਹੀ ਇੱਕ ਐਸਾ ਹੈ ਜਿਹੜਾ ਮਾਇਆ ਤੋਂ ਰਹਿਤ ਹੈ। ਹੁਣ ਜਦੋਂ ਮਾਇਆ ਤੋਂ ਰਹਿਤ ਹੋਣ ਦੇ ਵਾਸਤੇ ਜੋਗੀ ਲੋਕਾਂ ਨੇ ਘਰ-ਬਾਰ ਛੱਡ ਕੇ ਜੰਗਲ ਬਿਆਬਾਨਾਂ ਦੇ ਵਿੱਚ ਚਲੇ ਗਏ। ਉਹਨਾਂ ਨੇ ਆਪਣਾ ਜਪ ਤਪ ਕਰਨੇ ਸ਼ੁਰੂ ਕਰ ਦਿੱਤੇ ਕਿ ਸਾਨੂੰ ਮਾਇਆ ਸਤਾਊਗੀ ਨਹੀਂ। ਦੁਨੀਆ ਦੇ ਬੜੇ ਅੰਦਰ ਜਪ ਤਪ ਕਰਨ ਦੀ ਗੱਲ ਆਉਂਦੀ ਹੈ, ਜਾਂ ਲੋਕਾਂ ਨੇ ਮਾਇਆ ਤੋਂ ਨਿਰਲੇਪ ਰਹਿਣ ਵਾਸਤੇ ਬੜੇ ਅਕੀਤੇ, ਬੜੇ ਕਾਰਜ ਕੀਤੇ। ਜੋਗੀ ਲੋਕਾਂ ਨੇ ਸਾਰੇ ਘਰ-ਬਾਰ ਛੱਡ ਕੇ, ਧੀਆਂ ਪੁੱਤਾਂ ਨੂੰ ਛੱਡ ਕੇ ਜੰਗਲ ਬਿਆਬਾਨਾਂ 'ਚ ਬਹਿ ਕਰਕੇ ਜਪ ਤਪ ਕਰਨੇ ਸ਼ੁਰੂ ਕਰ ਦਿੱਤੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਜੋਗੀਆਂ ਦੀਆਂ 3 ਗੋਸ਼ਟਾਂ ਹੋਈਆਂ। ਪਹਿਲੀ ਗੋਸ਼ਟ ਜਿਹੜੀ ਹੋਈ ਹੈ ਉਹ ਨਾਨਕ ਮਤੀ ਦੀ ਧਰਤੀ ਦੇ ਉੱਤੇ ਹੋਈ, ਦੂਸਰੀ ਸੁਮੇਰ ਪਰਬਤ ਦੇ ਉੱਤੇ ਹੋਈ, ਤੇ ਤੀਸਰੀ ਗੁਰਦੁਆਰਾ ਅਚਲ ਸਾਹਿਬ ਜਿੱਥੇ ਬਣਿਆ ਹੋਇਆ ਹੈ ਇਸ ਜਗ੍ਹਾ ਦੇ ਉੱਤੇ ਹੋਈ। ਸਿੱਧਾਂ ਨੇ ਕੁਝ ਸਵਾਲ ਕੀਤੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਸਿੱਧਾਂ ਨੂੰ ਜਵਾਬ ਦੇਣਾ ਕੀਤੇ। ਜਿਹੜੇ ਸਵਾਲ ਤੇ ਜਵਾਬ ਗੁਰਦੁਆਰਾ ਅਚਲ ਸਾਹਿਬ ਦੀ ਧਰਤੀ ਦੇ ਉੱਤੇ ਹੋਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਸਿੱਧ ਗੋਸ਼ਟ ਬਾਣੀ ਦੇ ਅੰਦਰ
ਅੰਕਿਤ ਨੇ। ਤੇ ਉਹਨਾਂ ਦੇ ਵਿੱਚ ਹੀ ਸਵਾਲ ਕੀਤੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਜਦੋਂ ਸਵਾਲ ਉਹਨਾਂ ਸਹਿਯੋਗੀਆਂ ਨੇ ਗੁਰੂ ਨਾਨਕ ਸਾਹਿਬ ਨੇ ਪੁੱਛ ਕੀਤੀ ਕਿ ਤੁਸੀਂ ਘਰ-ਬਾਰ ਛੱਡ ਕੇ ਜੰਗਲ ਬੀਆਬਾਨਾਂ ਦੇ ਵਿੱਚ ਆਣ ਕੇ ਕਿਉਂ ਬੈਠਦੇ ਹੋ? ਉਹਨਾਂ ਨੇ ਆਖਿਆ ਇਹ ਮਾਇਆ ਤੋਂ ਬਚਣ ਦੇ ਵਾਸਤੇ ਘਰ-ਬਾਰ ਛੱਡਿਆ, ਜੰਗਲ ਬੀਆਬਾਨਾਂ ਦੇ ਵਿੱਚ ਆਣ ਕੇ ਬੈਠੇ ਹੋਏ ਆ। ਕਹਿਣ ਲੱਗੇ ਫਿਰ ਜੇਕਰ ਤੁਸੀਂ ਜੋਗੀ ਹੋ ਤੇ ਘਰ ਘਰ ਦੇ ਵਿੱਚ ਮੰਗਣ ਵਾਸਤੇ ਕਿਉਂ ਜਾਂਦੇ ਹੋ? ਕਹਿਣ ਲੱਗੇ ਜਿਹੜੇ ਕੱਚੇ ਪਿੱਲੇ ਜੋਗੀ ਨੇ ਉਹ ਘਰ ਘਰ ਜਾਂਦੇ ਨੇ, ਅਸੀਂ ਤੇ ਕੰਧ ਮੂਲ ਆਹਾਰੋਂ ਖਾਈਏ ਉਦੋਂ ਬੋਲੇ ਗਿਆ ਨਹੀਂ। ਅਸੀਂ ਤੇ ਜੰਗਲ ਦੇ ਵਿੱਚ ਰਹਿ ਕਰਕੇ ਮੂਲੀਆਂ ਗਾਜਰਾਂ ਖਾ ਕੇ ਗੁਜ਼ਾਰਾ ਕਰ ਲੈਂਦੇ ਹਾਂ। ਤੇ ਗੁਰਦੇਵ ਪਾਤਸ਼ਾਹ ਨੇ ਇੱਕ ਨਹੀਂ ਅਨੇਕਾਂ ਗੱਲਾਂ ਬਾਤਾਂ ਹੋਈਆਂ ਉਹਨਾਂ ਦੇ ਵਿੱਚ। ਕਹਿਣ ਲੱਗੇ ਕਿ ਤੁਸੀਂ ਮਾਇਆ ਤੋਂ ਨਿਰਲੇਪ ਕਿਵੇਂ ਰਹਿ ਸਕਦੇ ਹੋ? ਪਰਿਵਾਰ ਦੇ ਵਿੱਚ ਤੁਹਾਡੇ ਤੁਸੀਂ ਆਪ ਆਖਦੇ ਹੋ ਮੇਰੇ ਧੀਆਂ ਪੁੱਤਰ ਨੇ, ਮੇਰਾ ਵਿਆਹ ਹੋਇਆ ਹੈ, ਤੁਸੀਂ ਮਾਇਆ ਤੋਂ ਨਿਰਲੇਪ ਕਿਵੇਂ ਹੋ ਸਕਦੇ ਹੋ? ਤੇ ਗੁਰੂ ਨਾਨਕ ਸਾਹਿਬ ਨੇ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਕਿ ਸੰਸਾਰ ਦੇ ਵਿੱਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਰਿਹਾ ਜਾ ਸਕਦਾ ਹੈ। ਬੜੇ ਹੈਰਾਨ ਹੋਏ, ਕਹਿਣ ਲੱਗੇ ਮਾਇਆ ਦੇ ਵਿੱਚ ਰਹਿ ਕੇ ਨਿਰਲੇਪ ਕਿਵੇਂ ਹੋ ਸਕਦਾ ਹੈ? ਸਾਹਿਬਾਂ ਨੇ ਉਹਨਾਂ ਨੂੰ ਸਮਝਾਉਣਾ ਕੀਤਾ ਕਿ ਜੈਸੇ ਜਲ ਮੈਂ ਕਮਲ ਰਾਲਨ ਮੁਰ ਗਾਏ ਨਿਆਸਾਨਾ ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਮੋਖਾਨਾ। ਉਹਨਾਂ ਨੇ ਸਮਝਾਉਣਾ ਕੀਤਾ ਕਿ ਜਿਵੇਂ ਇੱਕ ਕਮਲ ਦਾ ਫੁੱਲ ਹੈ, ਉਹ ਚਿੱਕੜ ਦੇ ਵਿੱਚੋਂ ਪਾਣੀ ਦੇ ਵਿੱਚੋਂ ਉੱਗਦਾ ਹੈ, ਆਪਣੇ ਆਪ ਨੂੰ ਪਾਣੀ ਤੋਂ ਕਿੰਨਾ ਉੱਚਾ ਲੈ ਜਾਂਦਾ ਹੈ, ਲੇਕਿਨ ਉਹ ਆਪਣੀਆਂ ਪੰਖੜੀਆਂ ਨੂੰ ਕਦੇ ਪਾਣੀ ਦੇ ਵਿੱਚ ਭਿੱਜਣ ਨਹੀਂ ਦਿੰਦਾ। ਹੈ ਪਾਣੀ ਦੇ ਵਿੱਚ ਹੈ ਲੇਕਿਨ ਆਪਣੀਆਂ ਪੰਖੜੀਆਂ ਨੂੰ ਪਾਣੀ ਦੇ ਵਿੱਚ ਭਿੱਜਣ ਨਹੀਂ ਦਿੰਦਾ। ਦੂਸਰੀ ਉਦਾਹਰਨ ਦਿੱਤੀ ਕਿ ਜਿਵੇਂ ਛੱਪੜਾਂ ਦੇ ਵਿੱਚ ਮੁਰਗਾਬੀਆਂ ਹੁੰਦੀਆਂ ਨੇ ਅਤੇ ਮੁਰਗਾਬੀ ਨਾਂ ਦਾ ਜੀਵ ਹੈ, ਜੈਸੇ ਜਲ ਮੈਂ ਕਮਲ ਰਾਲ ਮੁਰਗਾਈ ਨੇ ਸ਼ਾਨਨ। ਮੁਰਗਾਬੀ ਪਾਣੀ ਦੇ ਵਿੱਚ ਰਹਿੰਦੀ ਹੈ, ਜੀਵ ਕੀੜੇ ਖਾਂਦੀ ਹੈ, ਲੇਕਿਨ ਆਪਣੇ ਪੰਖ ਪਾਣੀ ਦੇ ਨਾਲ ਭਿੱਜਣ ਨਹੀਂ ਦਿੰਦੀ। ਕਹਿੰਦੇ ਬਸ ਉਸੇ ਤਰੀਕੇ ਦੇ ਨਾਲ ਸੰਸਾਰ ਦੇ ਵਿੱਚ ਰਹਿਣਾ ਵੀ ਤੇ ਸੰਸਾਰ ਤੋਂ ਨਿਰਲੇਪ ਵੀ ਰਹਿਣਾ ਹੈ, ਭਾਵ ਕਿ ਸੰਸਾਰ ਦੇ ਵਿੱਚ ਖਚਿਤ ਨਹੀਂ ਹੋਣਾ, ਪ੍ਰਭੂ ਪਰਮਾਤਮਾ ਨੂੰ ਧਿਆਉਂਦਿਆਂ ਹੋਇਆਂ ਨਿਰਲੇਪ ਰਿਹਾ ਜਾ ਸਕਦਾ ਹੈ। ਤੇ ਕਹਿਣ ਲੱਗੇ ਨਿਰਲੇਪ ਰਹਿਣ ਦਾ ਤਰੀਕਾ ਕੇਵਲ ਤੇ ਕੇਵਲ ਪਰਮਾਤਮਾ ਹੀ, ਗੁਰੂ ਹੀ ਦੱਸ ਸਕਦਾ ਹੈ। ਤੇ ਸਾਹਿਬ ਕਹਿਣ ਲੱਗੇ ਜਿਹੜਾ ਪ੍ਰਭੂ ਪਰਮਾਤਮਾ ਨੂੰ ਨਿਰਲੇਪ ਰਹਿਣ ਦਾ ਤਰੀਕਾ ਜਿਸਨੇ ਸਿੱਖਣਾ ਹੋਵੇ ਸਤਿਗੁਰਾਂ ਨੂੰ ਪੁੱਛ ਕਰੇ। ਸਾਹਿਬ ਕਹਿਣ ਲੱਗੇ ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ ਸੇਵਿਆ, ਹੁਣ ਜਿਹਦੇ ਵੀ ਸਿਹਾਰੀ ਹੈ ਤੇ ਨੰਨੇ ਦੀ ਵੀ ਸਿਹਾਰੀ ਹੈ, ਭਾਵ ਕਿ ਜਿਸ ਨੇ ਵੀ ਪਰਮਾਤਮਾ ਨੂੰ ਸੇਵਿਆ, ਹਰੇਕ ਇਨਸਾਨ ਦੀ ਗੱਲ। ਜਿਨ ਸੇਵਿਆ, ਜਿਨ ਨੰਨੇ ਦੇ ਸਿਹਾਰੀ ਹੋਣ ਕਰਕੇ ਇੱਕ ਵਚਨ ਹੈ, ਸੇਵਿਆ ਬਹੁ ਵਚਨ ਹੈ, ਭਾਵ ਕਿ ਜਿਸ ਨੇ ਵੀ ਪਰਮਾਤਮਾ ਨੂੰ ਸਿਮਰ ਲਿਆ। ਆਮ ਤੌਰ ਦੇ ਉੱਤੇ ਜਦੋਂ ਯੁੱਗਾਂ ਦੀ ਗੱਲ ਕੀਤੀ ਜਾਂਦੀ ਨਾ, ਹਿੰਦੂ ਮਤ ਦੇ ਅਨੁਸਾਰ ਜਾਂ ਪੁਰਾਤਨ ਗ੍ਰੰਥਾਂ ਦੇ ਅਨੁਸਾਰ ਇਹ ਹਵਾਲੇ ਦਿੱਤੇ ਜਾਂਦੇ ਨੇ ਕਿ ਸਤਯੁਗ ਦੇ ਵਿੱਚ ਜੇਕਰ ਕੋਈ ਇੱਕ ਜਣਾ ਗਲਤੀ ਕਰਦਾ ਸੀ, ਪੂਰੇ ਦੇਸ਼ ਨੂੰ ਉਸ ਦੀ ਸਜ਼ਾ ਭੁਗਤਣੀ ਪੈਂਦੀ ਸੀ। ਜਦੋਂ ਤ੍ਰੇਤਾ ਆਇਆ, ਜੇਕਰ ਇੱਕ ਜਣਾ ਗਲਤੀ ਕਰਦਾ ਸੀ, ਪੂਰੇ ਰਾਜ ਨੂੰ ਸਜ਼ਾ ਭੁਗਤਣੀ ਪੈਂਦੀ ਸੀ। ਦੁਆਪਰ ਆਇਆ, ਜੇਕਰ ਇੱਕ ਜਣਾ ਗਲਤੀ ਕਰਦਾ ਸੀ, ਪੂਰੇ ਨਗਰ ਨੂੰ ਉਹਦੀ ਸਜ਼ਾ ਭੁਗਤਣੀ ਪੈਂਦੀ ਸੀ। ਲੇਕਿਨ ਜਦੋਂ ਕਲਯੁਗ ਆਇਆ, ਫਿਰ ਜਿਹਦੇ ਵਿੱਚ ਜਿਹੜਾ ਗਲਤੀ ਕਰੂਗਾ, ਹੁਣ ਕਲਯੁਗ ਨਾ, ਜਿਹੜੇ ਇਹ ਗੱਲ ਆਖਦੇ ਜਿਹੜਾ ਹੁਣ ਗਲਤੀ ਕਰੂਗਾ ਉਹਨੂੰ ਉਸੇ ਨੂੰ ਹੀ ਸਜ਼ਾ ਭੁਗਤਣੀ ਪਵੇ। ਹੁਣ ਸਾਹਿਬ ਜਿਹੜੀ ਗੱਲ ਕਹਿਣ ਲੱਗੇ, ਕਹਿੰਦੇ ਜਿਸ ਨੇ ਵੀ ਕਲਯੁਗ ਤੋਂ ਦੇ ਵਿੱਚ ਜਿਹੜਾ ਵੀ ਪਰਮਾਤਮਾ ਧਿਆਊਗਾ, ਪਰਮਾਤਮਾ ਦਾ ਨਾਮ ਜਪੂਗਾ, ਉਹਨੂੰ ਪਰਮਾਤਮਾ ਦੇ ਦਰ ਦੇ ਉੱਤੇ ਮਾਣ ਪ੍ਰਾਪਤ ਹੋਵੇਗਾ। ਜਿਹੜਾ ਵੀ ਧਿਆਊਗਾ ਉਹਨੂੰ ਮਾਣ ਸਨਮਾਨ ਪ੍ਰਾਪਤ ਹੋਵੇਗਾ। ਨਾਨਕ ਗਾਵੀਐ ਗੁਣੀ ਨਿਧਾਨ। ਇੱਥੇ ਨਾਨਕ ਨਾਮ ਦੀ ਮੋਹਰ ਲਾਉਂਦਿਆਂ ਹੋਇਆਂ ਦਾਸ ਨਾਨਕ ਇਹ ਗੱਲ ਕਹਿ ਰਿਹਾ ਹੈ, ਜਾਂ ਇਹਨੇ ਕਹਿ ਲਈਏ ਕਿ ਪ੍ਰਤੱਖ ਤੌਰ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਮੈਂ ਇਹ ਗੱਲ ਗਵਾਹੀ ਦੇ ਕੇ ਆਖਦਾ ਹਾਂ, ਮੈਂ ਇਹ ਗੱਲ ਹਾਮੀ ਭਰ ਕੇ ਆਖਦਾ ਹਾਂ, ਗਾਵੀਐ ਗੁਣੀ ਨਿਧਾਨ। ਜਿਹੜਾ ਪ੍ਰਭੂ ਪਰਮਾਤਮਾ ਦਾ ਨਾਨਕ ਦੇ ਉੱਤੇ
ਅੱਗੇ ਵੀ ਬੇਨਤੀ ਕੀਤੀ ਹੈ, ਜਿੱਥੇ ਵੀ ਕਹੇ ਨਾਨਕ ਦਾਸ ਨਾਨਕ ਜਨ ਨਾਨਕ ਜਾਂ ਕੱਲਾ ਨਾਨਕ ਸ਼ਬਦ ਆਵੇਗਾ ਉੱਥੇ ਹਲਕਾ ਜਿਹਾ ਵਿਸ਼ਰਾਮ ਲੱਗਣਾ ਹੀ ਲੱਗਣਾ। ਨਾਨਕ ਦਾਸ ਇਹ ਗੱਲ ਕਹਿ ਰਿਹਾ ਹੈ, ਕਹਿਣ ਲੱਗੇ ਨਾਨਕ ਦਾਸ ਗੱਲ ਕਹਿ ਰਿਹਾ ਹੈ ਕਿ ਗਾਵੀਏ ਗੁਣੀ ਨਿਧਾਨ, ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਸਾਡੇ ਜੀਵਨ ਦੇ ਅੰਦਰ ਗੁਣਾਂ ਦਾ ਖਜ਼ਾਨਾ ਪੈਦਾ ਹੋਵੇਗਾ। ਗੁਣ ਕਿੱਥੋਂ? ਦੇਖੋ ਸੰਸਾਰ ਦੇ ਅੰਦਰ ਗੁਣ ਕਿੱਥੋਂ ਪੈਦਾ ਹੁੰਦੇ ਨੇ, ਸਾਨੂੰ ਗਿਆਨ ਕਿੱਥੋਂ ਪ੍ਰਾਪਤ ਹੁੰਦਾ ਹੈ। ਕੋਈ ਇਨਸਾਨ ਆਖੇ ਕਿ ਮੈਨੂੰ ਬਾਹਰੋਂ ਗਿਆਨ ਹੋ ਜੇ, ਬਾਹਰੋਂ ਸਾਰਾ ਕੁਝ ਮਿਲ ਜੇ, ਤਾਂ ਨਹੀਂ ਮਿਲਣਾ। ਬਾਹਰੋਂ ਕੇਵਲ ਤੇ ਕੇਵਲ ਜਾਗ ਲੱਗਣੀ ਹੈ। ਬਾਹਰੋਂ ਕੇਵਲ ਤੇ ਕੇਵਲ ਜਿਹੜੇ ਟੀਚਰ ਨੇ ਜਾਂ ਗੁਰੂ ਨੇ ਬਾਹਰੀ ਤੌਰ ਦੇ ਉੱਤੇ ਗਿਆਨ ਸੋਝੀ ਪ੍ਰਦਾਨ ਕਰਨੀ ਹੈ ਕਿ ਇਸ ਰਸਤੇ ਤੁਰ ਆ। ਇਹਦਾ ਮਤਲਬ ਇਹੋ, ਜੇਕਰ ਮੁੜ ਕੇ ਫਿਰ ਆਪਣੇ ਅੰਦਰੂਨੀ ਤੌਰ ਦੇ ਉੱਤੇ ਮਿਹਨਤ ਕਰਨੀ ਪਵੇਗੀ, ਕਿਉਂਕਿ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਆ ਪਨਹਾਰੀ। ਇੱਕ ਗੱਲ ਹਮੇਸ਼ਾ ਧਿਆਨ ਰੱਖਣੀ ਕਿ ਸਾਡੇ ਅੰਦਰ ਅੰਮ੍ਰਿਤ ਦਾ ਖਜ਼ਾਨੇ ਦਾ ਖੂਹ ਭਰਿਆ ਪਿਆ, ਨਾਮ ਦਾ ਖੂਹ ਭਰਿਆ ਪਿਆ। ਅੰਤਰ ਖੂਟਾ ਅੰਮ੍ਰਿਤ ਭਰਿਆ, ਸਾਡੇ ਅੰਦਰ ਅੰਮ੍ਰਿਤ ਦਾ ਖੂਹ ਭਰਿਆ ਪਿਆ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਆ ਪਨਹਾਰੀ। ਸ਼ਬਦ ਦੇ ਦੁਆਰਾ ਅਸੀਂ ਜਦੋਂ ਕੱਢ ਕੇ ਪੀਣਾ ਸ਼ੁਰੂ ਕਰ ਦੇਵਾਂਗੇ ਨਾ, ਤੇ ਇੰਨਾ ਕੁ ਗਿਆਨ ਝਰਨੇ ਛੁੱਟ ਪੈਣਗੇ, ਕੋਈ ਹਿਸਾਬ ਕਿਤਾਬ ਨਹੀਂ। ਸਾਹਿਬ ਤਾਂ ਇੱਥੋਂ ਤੱਕ ਆਖਣਾ ਕਰਦੇ ਨੇ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਜਿੰਨਾ ਕੁਝ ਪੂਰੇ ਬ੍ਰਹਮੰਡ ਦੇ ਵਿੱਚ ਹੈ, ਉਹਨਾਂ ਕੁਝ ਪ੍ਰਮਾਤਮਾ ਨੇ ਸਾਡੇ ਹਰੇਕ ਜੀਵ ਦੇ ਸਰੀਰ ਦੇ ਵਿੱਚ ਪਾਇਆ ਹੋਇਆ। ਇਹਨਾਂ ਗਿਆਨ ਪ੍ਰਮਾਤਮਾ ਨੇ ਸਾਡੇ ਜੀਵਨ ਦੇ ਵਿੱਚ ਦਿੱਤਾ ਹੋਇਆ ਹੈ। ਜਿਵੇਂ ਬਾਹਰੀ ਤੌਰ ਸੰਸਾਰ ਪੰਜਾਂ ਤੱਤਾਂ ਦੇ ਦੁਆਰਾ ਬਣਿਆ ਹੈ, ਪੰਜਾਂ ਤੱਤਾਂ ਦਾ ਹੀ ਸਰੀਰ ਬਣਿਆ ਹੈ, ਜੋ ਕਿ ਪੰਜ ਪ੍ਰਕਿਰਤੀਆਂ, ਹਰੇਕ ਤੱਤ ਦੀਆਂ ਪੰਜ ਪ੍ਰਕਿਰਤੀਆਂ ਨੇ। ਬਾਹਰੀ ਤੌਰ ਦੇ ਉੱਤੇ ਸਾਡੇ ਸਰੀਰ ਦੇ ਵਿੱਚ ਵੀ ਪੰਜ ਪ੍ਰਕਿਰਤੀਆਂ ਨੇ। ਹਰੇਕ ਤੱਤ ਦਾ ਇੱਕ ਗੁਣ ਹੈ। ਸਾਡੇ ਜੀਵਨ ਦੇ ਅੰਦਰ ਜਿਹੜਾ ਤੱਤ ਹੈ ਉਹਦਾ ਇੱਕ ਗੁਣ ਹੈ। ਜਦੋਂ ਅਸੀਂ ਇਸ ਸਬਜੈਕਟ ਤੇ ਤੁਰਾਂਗੇ ਤਾਂ ਬਹੁਤ ਗਿਆਨ ਹੈ ਇਹਦੇ ਵਿੱਚ। ਤੇ ਸਾਹਿਬ ਕਹਿਣ ਲੱਗੇ, ਇਹ ਤੇ ਕੇਵਲ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ। ਜਿੰਨਾ ਕੁਝ ਬ੍ਰਹਮੰਡ ਦੇ ਵਿੱਚ ਹੈ, ਉਹਨਾਂ ਪਰਮਾਤਮਾ ਨੇ ਸਾਡੇ ਸਰੀਰ, ਪਿੰਡੇ ਤੋਂ ਭਾਵ ਸਰੀਰ ਦੇ ਵਿੱਚ ਪਾਇਆ ਹੋਇਆ। ਜਿਹੜਾ ਖੋਜਣ ਦਾ ਯਤਨ ਕਰ ਲਵੇਗਾ ਉਹਨੂੰ ਬਹੁਤ ਕੁਝ ਪ੍ਰਾਪਤ ਹੋ ਜਾਵੇਗਾ। ਮੇਰੇ ਸਾਹਿਬ ਕਹਿਣ ਲੱਗੇ, ਨਾਨਕ ਗਾਵੀ ਹੈ ਗੁਣੀ ਨਿਧਾਨ। ਜਦੋਂ ਅਸੀਂ ਗਾਉਣਾ ਸ਼ੁਰੂ ਕਰ ਦਿਆਂਗੇ ਨਾ, ਪਰਮਾਤਮਾ ਨੂੰ ਧਿਆਉਣਾ ਸ਼ੁਰੂ ਕਰ ਦਿਆਂਗੇ। ਦੇਖੋ ਦੁਨੀਆਦਾਰੀ ਦੇ ਤੌਰ ਦੇ ਉੱਤੇ ਬਹੁਤ ਲੋਕ ਗਾਉਂਦੇ ਨੇ, ਬਾਹਰੀ ਤੌਰ ਦੇ ਉੱਤੇ ਗਾਉਂਦੇ, ਧਨ ਜਾਇਦਾਦ ਦੇ ਵਾਸਤੇ ਗਾਉਂਦੇ ਨੇ। ਲੇਕਿਨ ਕੁਝ ਰੂਹਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਰੱਬ ਨੂੰ ਮਿਲਣ ਵਾਸਤੇ ਗਾਇਆ, ਜਿਨ੍ਹਾਂ ਨੇ ਰੱਬ ਨੂੰ ਪ੍ਰਾਪਤੀ ਵਾਸਤੇ ਗਾਇਆ। ਇਤਿਹਾਸ ਦੇ ਅੰਦਰ ਇੱਕ ਜ਼ਿਕਰ ਆਉਂਦਾ ਹੈ ਘਟਨਾ ਦਾ। ਅਕਬਰ ਬਾਦਸ਼ਾਹ ਦਾ ਜਿਹੜਾ ਗਵਈਆ ਸੀ, ਜਿਸ ਦਾ ਨਾਮ ਤਾਨਸੈਨ ਹੈ, ਤੁਸੀਂ ਸਾਰੇ ਜਾਣਦੇ, ਸੁਣਿਆ ਨਾ ਜ਼ਰੂਰ ਹੋਵੇਗਾ। ਉਹ ਇਤਿਹਾਸ ਦੇ ਅੰਦਰ ਜਿਹੜਾ ਜ਼ਿਕਰ ਆਉਂਦਾ ਹੈ, ਆਖਦੇ ਨੇ ਕਿ ਜਦੋਂ ਅਕਬਰ ਗਾਉਂਦਾ ਸੀ, ਤਾਨਸੈਨ ਗਾਉਂਦਾ ਸੀ, ਜਦੋਂ ਮਲਾਰ ਰਾਗ ਗਾਉਂਦਾ ਸੀ ਤੇ ਮੀਂਹ ਪੈਣਾ ਸ਼ੁਰੂ ਹੁੰਦਾ ਸੀ, ਜਦੋਂ ਦੀਪਕੀ ਰਾਗ ਗਾਉਂਦਾ ਸੀ ਤੇ ਦੀਵੇ ਜਗਾ ਦਿੰਦਾ ਸੀ। ਇਹਨਾਂ ਵਧੀਆ ਗਾਉਂਦਾ ਸੀ। ਤੇ ਇੱਕ ਦਿਨ ਅਕਬਰ ਬਾਦਸ਼ਾਹ ਦੇ ਮਨ ਦੇ ਵਿੱਚ ਆਇਆ ਕਿ ਜੇ ਇਹ ਇੰਨਾ ਵਧੀਆ ਗਾਉਂਦਾ ਹੈ, ਇਹਦਾ ਗੁਰੂ ਕਿੰਨਾ ਕੁ ਵਧੀਆ ਗਾਉਂਦਾ ਹੋਊਗਾ। ਉਹਨੇ ਬਾਦਸ਼ਾਹ ਨੇ ਆਪਣੇ ਦਰਬਾਰ ਦੇ ਵਿੱਚ ਬੁਲਾਇਆ ਤਾਨਸੈਨ ਨੂੰ। ਕਹਿ ਲਗੇ, ਤਾਨਸੈਨ ਇੱਕ ਗੱਲ ਤੁਹਾਨੂੰ ਪੁੱਛ ਕੇ ਜਾਣੀ, ਕਦੀ ਨਹੀਂ ਤੂੰ ਗੱਲ ਦੱਸੀ ਕਿ ਤੂੰ ਦੱਸ ਕੇ ਗੁਰੂ ਕਿਹੜਾ ਹੈ ਜਿਹਨੇ ਤੈਨੂੰ ਇੰਨਾ ਵਧੀਆ ਗਾਉਣਾ ਸਿਖਾਇਆ ਹੈ। ਮੈਂ ਉਹਨੂੰ ਮਿਲਣਾ ਚਾਹੁੰਦਾ, ਉਹਨੂੰ ਆਪਣੇ ਦਰਬਾਰ ਚ ਬੁਲਾ। ਉਹ ਆਖਣ ਲੱਗੇ, ਨਹੀਂ ਬਾਦਸ਼ਾਹ ਸਲਾਮਤ, ਉਹਨੇ ਇੱਥੇ ਦਰਬਾਰ ਦੇ ਵਿੱਚ ਨਹੀਂ ਆਉਣਾ। ਮੇਰਾ ਗੁਰੂ ਹਰੀ ਸੈਨ ਹੈ, ਉਹਨੇ ਦਰਬਾਰ ਦੇ ਵਿੱਚ ਨਹੀਂ ਆਉਣਾ। ਕਹਿੰਦੇ ਕਿ ਜੋ ਭੇਟਾ ਮੰਗੂਗਾ ਮੈਂ ਉਹਨੂੰ ਭੇਟਾ ਦੇਣ ਨੂੰ ਤਿਆਰ ਹਾਂ, ਜੇ ਰਾਜ ਮੰਗੂਗਾ ਮੈਂ ਰਾਜ ਦੇਣ ਨੂੰ ਤਿਆਰ ਹਾਂ, ਪਰ ਉਹਨੇ ਇੱਕ ਵਾਰੀ ਦਰਬਾਰ ਚ ਬੁਲਾ ਲਾ। ਕਹਿੰਦੇ ਕਿ ਨਹੀਂ, ਉਹਨੇ ਇੱਥੇ ਦਰਬਾਰ ਚ ਨਹੀਂ ਆਉਣਾ। ਕਹਿੰਦੇ ਉਹ ਕਿਸੇ ਦੇ ਵਾਸਤੇ ਨਹੀਂ ਗਾਉਂਦਾ, ਉਹ ਪਰਮਾਤਮਾ ਵਾਸਤੇ ਗਾਉਂਦਾ ਹੈ। ਕਹਿਣ ਲੱਗੇ ਕਿਤੇ ਨਾ ਕਿਤੇ ਤਾਂ ਗਾਉਂਦਾ ਹੋਊਗਾ, ਅਸੀਂ ਉਹਦੇ ਕੋਲ ਚੱਲ ਜਾਂਦੇ ਹਾਂ। ਕਹਿੰਦੇ ਹਾਂ ਗਾਉਂਦਾ ਜ਼ਰੂਰ ਆ,
पर वो जो अमृत वेला हुंदा है, सवा पहर रात रहिंदियां जो 2:30 वजदे ने, उस समय गाउंदा है। पर गाउंदा अपनी जंगल दे विच बैठ के, अपनी झुग्गी दे सामने बैठ के गाउंदा है। इन्हां नूं सुणदा कौन है? रात नूं गाउंदा है, अमृत वेले गाउंदा है, तो उहनूं सुणदा कौन है? कहणगे उस टाइम के उत्ते जिन्ने भी जंगल दे विच पशु पंछी ने उहदे आले दुआले बैठे हुंदे, ते ओह उहनां दे विच बैठ के गाउंदा है। कहणगे असीं भी उहनूं सुणना चाहुंदा। बादशाह अकबर अपने तानसेन नाल लै करके उहदी कुटिया दे नजदीक जाके शाम नूं रात हनेरा होण तो पहलां जाके बैठ गया। जदों रात पई, रात उन्होंने उत्थे बैठ के गुजारी। जदों अमृत वेला होया, उन्हें कीर्तन शुरू किया। कीर्तन इन्ना उन्हें भेज के किया, रब दा इन्ना भेज के किया कि सारे पशु पंछी जिन्ने भी नजदीक बैठे सन, वो आनंद दे विच झूम रहे सन। जदों कीर्तन की समाप्ति हुई, उन्हें भेटा थाल दे विच पाई ते बादशाह सलामत ने जाके अकबर बादशाह ने अगे रखी। बेनतियां कीतियां, कहण लगा मैं तो सोचदा सी कि मेरे दरबार दे विच जिहड़ा गवैया है, तानसेन तुहाडा शागिर्द जिहड़ा है, ये सब तो वधिया दुनिया दे विच गवैया है। मैं ते जदों तुहाडा कीर्तन सुणिया है, तुहाडी कीर्ति सुणी है, ते ये ते तुहाडे पाई वर्गा भी नहीं, इन्हां तुहानूं यार इन्ना वधिया कीर्तन तुसीं सुणाया। कहण लगे कि इन्ना तुसीं मेरे दरबार दे विच चलो, जो आखोगे मैं तुहानूं देण नूं तैयार हां, जिथे तुसीं रहना चाहे तुहानूं रहण नूं तैयार, जगह तैयार करवा देवांगे। कहण लगे मैं तेरे वास्ते जां संसार दे उत्ते किसी दे वास्ते गाउण नूं तैयार नहीं, मैं केवल ते केवल परमात्मा वास्ते गाउंदा। आखण लगे जेकर तुसीं इन्ना सोहना गाउंदे हो ते तुहाडा गुरु किहड़ा हो सकदा है? तुसीं किहदे कोलों सिੱਖਿਆ है? उन्हें फिर बादशाह अकबर ने हरी सैन ने पूछे, तो उन्हें आखिया कि मेरा जो गुरु है वो है भाई मर्दाना जी। हुण ये देखो कि भाई मर्दाना जी वो शख्सियत ने जिहड़े धन गुरु नानक देव जी महाराज जी के बचपन तो लैके इतिहासकार लिखते हैं, किसी ने 54 साल लिखिया, किसी ने 52 साल लिखिया। 52 साल धन गुरु नानक देव जी महाराज जी के नाल संगत कीती होवेगी, नाल उन्होंने कीर्तन की सेवा निभाई होगी, किन्नी सेवा कीती होवे। जिन्ने शब्द गुरु नानक साहब के उच्चारण होए ने, वो भाई मर्दाना जी ने नाल रबाब वजा के गाए सी, ते किन्नी रहमत उन्होंने उत्ते हो गई। साहिब कहण लगे नानक गा भी है गुणी निधान। जदों असीं गाउणा शुरू करते हैं, गाउण तो ये नहीं कि कला कीर्तन दे राहीं गाउंदी है, जो तुसीं गुरबाणी पढ़ रहे हो ना, ये भी गाउणा है। जिहड़ी कथा होगी ये भी परमात्मा नूं गाउणा है, कीर्ति वडियाई कर रहे हैं। जिहड़ा कीर्तन हो रहा वो भी वडियाई, चाहे वो रबाब दे नाल, चाहे सरंदे दे राहीं हो जे, चाहे ताउस दे नाल हो जे, चाहे हारमोनीयम दे नाल हो जे, किसी भी साज दे नाल गाया जा रहा है, वो परमात्मा की कीर्ति वडियाई हो रही है। जदों परमात्मा नूं मन करके गावांगे ना, कि अंदरों गुणां दा खजाना पैदा हो जाएगा। ते साहिब कहण लगे गाविए सुनिए मन रखिए भाव, सुनिए ते विश्राम। गाविए दुलावां ने उत्ते गाउण दे नाल जो जो असीं गावांगे, सुनिए सुनण दे नाल जो जो असीं सुनांगे, गाउण दे नाल ते सुनण दे नाल। अगे जाके असीं ये 4-4 पौड़ियां भी विचारांगे कि गाउण दे नाल की हुंदा ते सुनण दे नाल की हुंदा। गाविए सुनिए मन रखिए भाव, मन नन्हे दे सिहारी है। क्यों? क्योंकि साहिब ने मन दे विच प्रेम भावना पैदा करना, मन दे विचों पैदा करनी। गाउणा ते सुनना जिहड़ा ना मन करके, ये नहीं कि तन करके सुन के चले जाना। जो मन करके सुनांगे, मन करके परमात्मा नूं गावांगे, गाविए सुनिए मन रखिए भाव। एक हुंदा भावो, एक हुंदा भावो। भाव हुंदा डर ते भाव हुंदा है प्रेमा भगती। सिर्फ एक अखर दे फर्क पाया ना, एक लां दा कन्या जिसनूं शब्द आया, एक कन्ने दा फर्क पाया भाव ते भाव दे विच
पै जाता है। लेकिन भाव तो भाव है डर, ते भाव तो भाव है प्रेमा भक्ति, रब दा प्यार। साहिब कहन लगे मन दे विच जदों प्यार नाल गुरबाणी पढ़ांगे, प्यार नाल गुरबाणी सुनांगे, भाव भावना दे नाल जदों प्रेमा भगती दे नाल बाणी पढ़ी जाऊगी, सुनी जाऊगी, फिर होएगा कि दुख पर हर। ਅਸੀਂ ਆਖਦੇ ਨਾ ਸਾਡੇ ਦੁੱਖ ਦੂਰ ਕਿਉਂ ਨਹੀਂ ਹੁੰਦੇ, ਕਿਉਂਕਿ ਅਸੀਂ ਬਾਣੀ ਪੜ੍ਹਦੇ ਨਹੀਂ। ਬਾਣੀ ਜੇ ਪੜ੍ਹਦੇ ਨਹੀਂ ਆ ਤਾਂ ਕੇਵਲ ਤੇ ਕੇਵਲ ਫਾਰਮੈਲਿਟੀ ਤੌਰ ਦੇ ਉੱਤੇ ਗੁੱਸਾ ਨਾ ਕਰਨਾ। ਅਸੀਂ ਦੇਖ ਰਹੇ ਤੂੰ ਤਾਂ ਰਟਣੀ ਲਗਾਤਾਰ ਪੜ੍ਹੀ ਜਾਂਦੇ, ਸਾਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਗਲਤ ਪੜ੍ਹ ਰਹੇ ਹਾਂ ਕਿ ਸਹੀ ਪੜ੍ਹ ਰਹੇ ਹਾਂ, ਬਸ ਦੇਖ ਰਹੇ ਜੀ ਪੜ੍ਹੀ ਜਾਂਦੇ। ਤੇ ਸਾਹਿਬ ਕਹਿਣ ਲੱਗੇ ਭਾਵ ਭਾਵਨਾ ਦੇ ਕਰਕੇ, ਪ੍ਰੇਮਾ ਭਗਤੀ ਦੇ ਵਿੱਚ ਜੇ ਪਰਮਾਤਮਾ ਨੂੰ ਮਿਲਣਾ ਹੈ ਨਾ, ਤੇ ਪਹਿਲੀ ਗੱਲ ਉਸ ਨੂੰ ਸ਼ੁੱਧ ਬਾਣੀ ਪੜ੍ਹ ਕੇ, ਤੇ ਦੂਸਰੀ ਉਸਦੇ ਮਤਲਬ ਜਦੋਂ ਅਰਥ ਪਤਾ ਲੱਗਣਗੇ ਫਿਰ ਆਨੰਦ ਦੇ ਵਿੱਚ ਬਾਣੀ ਪੜਾਂਗੇ। ਫਿਰ ਸਾਨੂੰ ਜਦੋਂ ਅਸੀਂ ਬਾਣੀ ਪੜ੍ਹਨੀ ਸ਼ੁਰੂ ਕਰਾਂਗੇ ਸਾਨੂੰ ਉਹਦੇ ਅਰਥ ਨਾਲ ਨਾਲ ਸਮਝ ਆਉਣੇ ਸ਼ੁਰੂ, ਬਾਣੀ ਫਿਰ ਮਿੱਠੀ ਲੱਗਣੀ ਸ਼ੁਰੂ ਹੋ ਜਾਏਗੀ। ਫਿਰ ਪਿਆਰ ਦੇ ਨਾਲ ਅਸੀਂ ਪਿਆਰ ਦੇ ਨਾਲ ਭਿੱਜ ਕੇ ਬਾਣੀ ਪੜ੍ਹਨੀ ਸ਼ੁਰੂ ਕਰਾਂਗੇ। जो मिठी जी चीज लगती है, जो चीज मिठा लगना शुरू फिर स्वाद करके खाना शुरू कर देंगे है ना, जो कोई चीज मिठी लगती है। लेकिन जो कौड़ी लगती फिर असं कभी भी नहीं उससे मुंह चो कट के बाहर मारते। जो बाणी भिज के पढ़ांगे तो साहिब कहेंगे दुख पर हर। पहली गल दुख जिन्ने ने वो दूर हो जाएंगे, दुख पर हर तो भाव है दूर हो जाए, दुख दूर हो जाएंगे जो प्यार ना भिज के बाणी पढ़ांगे। फिर की होएगा सुख घर लै जाए, सुख हिरदे घर दे विच मिलने शुरू होणगे। जो बाणी पढ़ांगे दुख दूर होणगे, सुखां दी प्राप्ति होएगी। बाणी देखो जेकर बाहरी तौर दे उत्ते सानू निम कौड़ी लगदी है, लेकिन सरीरक तौर दे उत्ते वो सानू दुखां तो दूर करदी है, कई बीमारियों तो दूर करदी है। जदों असी उहदे सुखां नूं असी आखांगे कि वाकई साडे लई फायदेमंद है, ते असी उस नूं खाण दे विच आनंदित महसूस करना शुरू कर देवांगे। जदों पता लगेगा कि खंड साडे वास्ते जहर दे रूप दे विच है, शुगर दे रूप दे विच कल नूं आउण वाले टाइम दे विच दुखी करेगी, ते असीं हुण ते बड़े स्वाद नाल खावांगे, लेकिन सानूं पता लगे कि आउण वाले टाइम 'च इहने दुख देना है। ते फिर जेकर असीं उस टाइम के उत्ते परहेज करना शुरू कर देवांगे, घट करना शुरू कर देवांगे, ते आउण वाले टाइम दे उत्ते सुखी रह जावांगे। जदों ये चीज़ किहने दसनी है? गुरु ने। दुख पर हर सुख घर लै जाए। जदों असीं बाणी पढ़ांगे गुरु ने सानूं की दसना, उन्हें दुखों तो दूर कर देना, सुखों की आमद साडे जीवन दे विच लै आउणी है। ते साहिब कहण लगे गुरमुख नादम। हुण इत्थे जिहड़ा शब्द अज आया है नवां शब्द, अखीरले अखर दे उत्ते टिप्पी, दर्जे दे उत्ते टिप्पी है। असीं आम तौर दे उत्ते गग्गा टिप्पी दी आवाज़ गग्गे दी कर दिंदे, आम तौर पर तुम पढ़ते गुरमुख नादंग नादंग करके पढ़ते हैं, लेकिन इतने नादंग गंगे की आवाज होनी, अद्धे गंगे की आवाज होनी है। गुरमुख नादंग गुरमुख वेदन गुरमुख रखिया समाई, गंगे की आवाज आवेगी, गंगा नक दे विचों आवाज आवेगी। गुरमुख नादंग अदे साहिब गुरदेव पातशाह वचन कहने लगे नाद तो भाव है आवाज, रौं, सुर, ताल। जदों बाणी पढ़नी शुरू कर देवांगे ते उस समय साडे जीवन दे विच गुरमुखां वाला जीवन बनेगा। इत्थे ना करके गुरमुख की गल नहीं कीती गई, इत्थे गल कीती जिसदा मुख गुरु दे वल होवे। गुरमुख जिहड़ा मुंह गुरु दे वल हो जाए। गुरमुख नादम इत्थे खक्के दे सिहारी है। साहिब की वचन कहना गुरु दे वल मुख कीतियां। देखो कि बेनती कई बार कर रहे हैं कि हरेक लग मात्र का अर्थां दे विच फर्क पै जाता है।
ਗੁਰਮੁਖ ਗੁਰੂ ਦੇ ਵੱਲ ਮੁਖ ਕੀਤਿਆਂ ਹੀ ਕੀ ਹੁੰਦਾ ਹੈ, ਨਾਦਮ ਜ਼ਿੰਦਗੀ ਦੇ ਅੰਦਰ ਨਾਮ ਚੱਲਣਾ ਸ਼ੁਰੂ ਹੋ ਜਾਂਦਾ ਹੈ। ਗੁਰਮੁਖ ਨਾਦਮ ਗੁਰੂ ਦੇ ਵੱਲ ਮੁਖ ਕੀਤਿਆਂ ਗੁਰੂ ਦਾ ਨਾਮ ਚੱਲਣਾ। ਜਿਵੇਂ ਮੰਨ ਲਓ ਗੁਰੂ ਦੇ ਦਰ ਦੇ ਉੱਤੇ ਆਵਾਂਗੇ ਨਾ, ਜੋ ਤੁਰਾਂਗੇ ਘਰੋਂ ਉਦੋਂ ਵਾਹਿਗੁਰੂ ਦਾ ਨਾਮ ਨਿਕਲੂਗਾ। ਗੁਰਦੁਆਰੇ ਚੱਲੇ ਆ, ਜੋ ਗੁਰੂ ਦੇ ਦਰ ਦੇ ਉੱਤੇ ਮੱਥਾ ਟੇਕਾਂਗੇ ਉਦੋਂ ਵੀ ਗੁਰੂ ਦੇ ਮਨ ਦੇ ਅੰਦਰ ਭਾਵਨਾ ਜਾਗੇ ਕਿ ਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਮਨ ਦੇ ਅੰਦਰ ਕੋਈ ਖੜਾਓ ਜਾਂ ਕਿਸੇ ਤਰ੍ਹਾਂ ਦੀ ਵਹਿਮ ਦੇ ਵਿੱਚ ਮਨ ਨਹੀਂ ਰਹਿੰਦਾ। ਕੇਵਲ ਤੇ ਕੇਵਲ ਭਾਵਨਾ ਹੁੰਦੀ ਹੈ ਗੁਰੂ ਦਰ ਦੇ ਉੱਤੇ ਜਾ ਕੇ ਗੁਰੂ ਦਰ ਤੇ ਅਰਦਾਸ ਬੇਨਤੀ ਕਰੀਏ, ਬਾਣੀ ਪੜ੍ਹਨੀ, ਬਾਣੀ ਸੁਣਨੀ, ਮਨ ਦੇ ਅੰਦਰ ਜਿਹੜੇ ਨੇ ਉਸ ਤਰੀਕੇ ਦੇ ਨਾਲ ਬਲਬਲੇ ਹੋਣੇ ਸ਼ੁਰੂ ਹੋ ਜਾਂਦੇ। ਨਾਮ ਦਾ ਗੁਰਮੁਖ ਨਾਦਮ ਗੁਰਮੁਖ ਵੇਦਮ, ਗੁਰੂ ਦੇ ਵੱਲ ਮੁਖ ਕੀਤੀਆਂ ਹੋਈਆਂ। ਵੇਦਮ ਤੋਂ ਭਾਵ ਵੇਦ ਤੋਂ ਭਾਵ ਹੈ ਗ੍ਰੰਥ ਗਿਆਨ, ਤੇ ਗੁਰੂ ਦੇ ਰਾਹੀਂ ਹੀ ਗੁਰੂ ਦੇ ਵੱਲ ਮੁਖ ਕੀਤਿਆਂ ਗਿਆਨ ਪ੍ਰਾਪਤ ਹੋਵੇਗਾ। ਗੁਰੂ ਕੋਲੋਂ ਨਾਮ ਦੀ ਪ੍ਰਾਪਤੀ ਹੋਏਗੀ, ਗੁਰੂ ਦੇ ਕੋਲੋਂ ਗਿਆਨ ਦੀ ਪ੍ਰਾਪਤੀ ਹੋਏਗੀ। ਗੁਰਮੁਖ ਰਹਿਆ ਸਮਾਈ, ਤੇ ਗੁਰੂ ਵੱਲ ਮੁਖ ਕੀਤਿਆਂ ਹੋਇਆਂ ਹੀ ਗੁਰੂ ਦੇ ਵਿੱਚ ਸਮਾਇਆ ਜਾ ਸਕਣਾ। ਗੁਰੂ ਦੇ ਵੱਲ ਮੁਖ ਕੀਤਿਆਂ ਗੁਰੂ ਕੋਲੋਂ ਗਿਆਨ ਲਿਆ, ਗੁਰੂ ਦੇ ਵਿੱਚ ਸਮਾਇਆ ਜਾ ਸਕਣਾ। ਗੁਰ ਈਸ਼ਰ ਗੁਰ ਗੋਰਖ ਬਰਮਾ, ਇਹ ਥੋੜਾ ਜਿਹਾ ਵਿਸ਼ਰਾਮਾਂ ਦਾ ਹਨ, ਦੋਹਾਂ ਪੰਕਤੀਆਂ ਵਿੱਚ ਧਿਆਨ ਰੱਖਣਾ ਜੀ। ਗੁਰਮੁਖ ਨਾਦਮ ਪਹਿਲਾ ਵਿਸ਼ਰਾਮ ਹੈ, ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਪਹਿਲਾ ਈਸ਼ਰ ਤੇ ਦੂਜਾ ਬਰਮਾ ਦੇ ਉੱਤੇ, ਫਿਰ ਗੁਰ ਪਾਰਵਤੀ ਮਾਈ ਦੇ ਉੱਤੇ ਆਏਗਾ। ਗੁਰ ਈਸ਼ਰ ਤੋਂ ਭਾਵ ਹੈ ਗੁਰੂ ਹੀ ਪ੍ਰਭੂ ਪਰਮਾਤਮਾ ਹੀ ਈਸ਼ਰ ਹੈ, ਜਿਸ ਨੂੰ ਹਿੰਦੂ ਮਤ ਦੇ ਵਾਸਤੇ ਜਿਹੜੇ 3 ਦੇਵਤੇ ਮੰਨੇ ਗਏ ਨੇ। ਜਿਵੇਂ ਸ਼ੁਰੂਆਤ ਤੇ ਬੇਨਤੀ ਕੀਤੀ ਸੀ, ਜਿਹੜਾ ਸ਼ਿਵ ਹੈ ਉਹ ਦੁਨੀਆ ਦਾ ਸੰਘਾਰ ਕਰਦਾ ਹੈ, ਬ੍ਰਹਮਾ ਦੁਨੀਆ ਨੂੰ ਪੈਦਾ ਕਰਦਾ ਹੈ, ਤੇ ਜਿਹੜਾ ਵਿਸ਼ਨੂੰ ਹੈ ਉਹ ਦੁਨੀਆ ਨੂੰ ਪਾਲਦਾ ਹੈ। ਉਹਨਾਂ ਦੇ ਅਨੁਸਾਰ ਮੰਨਿਆ ਜਾਂਦਾ ਹੈ। ਇੱਕ ਸਾਹਿਬ ਕਹਿਣ ਲੱਗੇ ਕਿ ਪ੍ਰਭੂ ਪਰਮਾਤਮਾ ਹੀ, ਸ਼ਿਵ ਵੀ ਆਗੇ ਖਤਮ ਕਰਨ ਵਾਲਾ ਵੀ ਪਰਮਾਤਮਾ ਆਪ ਹੈ। ਗੁਰ ਈਸ਼ਰ ਗੁਰ ਗੋਰਖ, ਜੋਗੀਆਂ ਦਾ ਗੁਰੂ ਵੀ ਪਰਮਾਤਮਾ ਉਹ ਆਪ ਹੈ। ਬ੍ਰਹਮਾ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਹੈ। ਗੁਰ ਪਾਰਵਤੀ ਮਾਈ, ਤੇ ਸ਼ਿਵ ਦੀ ਘਰ ਵਾਲੀ ਜਿਹੜੀ ਮਾਇਆ ਹੈ ਉਹ ਵੀ ਪਰਮਾਤਮਾ ਹੀ ਹੈ। ਭਾਵ ਕਿ ਜਦੋਂ ਸਾਰਿਆਂ ਦੇ ਵਿੱਚ ਇੱਕ ਗੱਲ ਸਿੱਧੇ ਤੌਰ ਦੇ ਉੱਤੇ ਲਫ਼ਜ਼ਾਂ ਦੇ ਵਿੱਚ ਸਮਝ ਲਈਏ, ਜਦੋਂ ਸਾਰਿਆਂ ਦੇ ਵਿੱਚ ਹੀ ਪਰਮਾਤਮਾ ਆਪ ਹੈ, ਉਹ ਜਿਹੜਾ ਮਰਜ਼ੀ ਹੋਵੇ ਉਹ ਫਿਰ ਪਰਮਾਤਮਾ ਹੀ ਹੈ। ਜਦੋਂ ਘਟ ਮੈਂ ਹਰ ਜੂ ਬਸੈ ਸੰਤਨ ਕਰਿਓ ਪੁਕਾਰ, ਜਦੋਂ ਸਾਰਿਆਂ ਦੇ ਵਿੱਚ ਉਹ ਆਪ ਹੀ ਹੈ। ਉਹ ਨਾਮਾਂ ਦਾ ਵੱਖਰੀ ਗੱਲ ਹੈ ਕਿ ਫਲਾਣਾ ਸਿੰਘ ਹੈ, ਫਲਾਣਾ ਸਿੰਘ ਹੈ, ਫਲਾਣਾ ਸਿੰਘ ਹੈ, ਲੇਕਿਨ ਹੈ ਸਾਰਿਆਂ ਦੇ ਵਿੱਚ ਇੱਕ ਹੈ, ਇੱਕ ਪਰਮਾਤਮਾ, ਇੱਕ ਪ੍ਰਭੂ ਪਰਮਾਤਮਾ। ਇਹ ਸਰੀਰਾ ਮੇਰਾ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਪਨਾ ਹੈ। ਸਾਰਿਆਂ ਵਿੱਚ ਪਰਮਾਤਮਾ ਨੇ ਆਪਣੀ ਜੋਤ ਰੱਖੀ ਤਾਂ ਸੰਸਾਰ ਦੇ ਵਿੱਚ ਆਏ। ਸਾਰੇ ਵਿੱਚ ਜੇ ਹਉ ਜਾਣਾ ਆਖਾਂ ਨਹੀਂ, ਕਹਿਣਾ ਕਥਨ ਨਾ ਜਾਏ। ਇਹਦੇ ਵਿੱਚ 2 ਵਿਸ਼ਰਾਮ ਨੇ, ਜੇ ਹਉ ਜਾਣਾ ਆਖਾਂ ਨਹੀਂ, ਕਹਿਣਾ ਕਥਨ ਨਾ ਜਾਏ। ਸਾਰੇ ਕਹਿਣ ਲੱਗੇ ਜੇ ਮੈਂ ਇਹ ਗੱਲ ਸਮਝ ਲਵਾਂ, ਜੇ ਹਉ ਜਾਣਾ, ਜੇ ਇਹ ਗੱਲ ਮੈਂ ਸਮਝ ਲਵਾਂ, ਜੇ ਹਉ ਜਾਣਾ ਆਖਾਂ ਨਹੀਂ, ਕਿ ਉਸ ਪ੍ਰਭੂ ਪਰਮਾਤਮਾ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਜਿਵੇਂ ਕੋਈ ਇਨਸਾਨ ਪਰਮਾਤਮਾ ਦੇ ਪ੍ਰਤੀ ਜਾਣ ਲਵੇ ਨਾ ਤੌਰ ਦੇ ਉੱਤੇ ਕਿ ਪਰਮਾਤਮਾ ਕੈਸਾ ਹੈ, ਉਹ ਕਹਿ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ ਕਿ ਪਰਮਾਤਮਾ ਵਾਕਿਆ ਕਿੱਦਾਂ ਦਾ ਹੈ। ਕਿਉਂਕਿ ਉਸ ਪਰਮਾਤਮਾ ਦੀ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਕਿਸੇ ਗੂੰਗੇ ਨੂੰ ਗੁੜ ਦੀ ਢੇਲੀ ਦੇਖਿਆ ਕਿ ਇਹਦਾ ਸਵਾਦ ਦੱਸ ਕਿਹੋ ਜਿਹਾ, ਨਹੀਂ ਦੱਸ ਪਾਏਗਾ। ਬਸ ਉਸੇ ਤਰੀਕੇ ਨਾਲ ਜਿਹੜਾ ਪਰਮਾਤਮਾ ਨੂੰ ਮਿਲ ਜਾਂਦਾ ਹੈ ਨਾ, ਉਹ ਦੱਸ ਨਹੀਂ ਪਾਉਂਦਾ ਕਿ ਪਰਮਾਤਮਾ ਵਾਕਿਆ ਕਿਹੋ ਜਿਹਾ ਹੈ। ਬਸ ਉਹਦੇ ਆਨੰਦ ਦੇ ਵਿੱਚ ਹੀ ਆਨੰਦਿਤ ਰਿਹਾ ਜਾ ਸਕਦਾ ਹੈ। ਹੁਣ ਸਾਹਿਬ ਕਹਿੰਦੇ ਜੇ ਹਉ ਜਾਣਾ, ਜੇਕਰ ਕੋਈ ਇਨਸਾਨ ਜਾਣ ਲਵੇ, ਜੇ ਮੈਂ ਜਾਣ ਲਵਾਂ, ਆਖਾਂ ਨਹੀਂ, ਆਖ ਨਹੀਂ ਸਕਦਾ ਕਿ ਪ੍ਰਭੂ ਪਰਮਾਤਮਾ ਕਿੱਦਾਂ ਦਾ ਹੈ। ਕਹਿਣਾ ਹੈ ਸ਼ਬਦ, ਕਹਿਣਾ ਨਹੀਂ ਹੈ।
हाहे नाने सिहारी नहीं है, कहना कहना कथन ना जाए। अरे कोई भी इंसान उस नूं बयान नहीं कर सकता, कोई भी अपने लफ्ज़ां दे विच परमात्मा नूं परो नहीं सकता। साहिबा ने अखीरले पंक्तियों को समझाउण लगे, गुरा इत्थे विश्राम जी, गुरा इत्थे गुरा नहीं पढ़ना, गुरा गुरा एक देह बुझाई सबना जियां का एक दाता सो मैं विसरना जाए। गुरा तो भाव है गुरा ने, सतगुरा ने, गुरा इत्थे बहुवचन शब्द। गुरा तो भाव है कि जिन्ने भी महापुरख होए ने अज तक, चाहे वो नाम होए, रहीम होए, अल्लाह होया, गुरु होया, वाहिगुरू होया, किसी भी रूप के अंदर गुरा एक देह बुझाई। जिन्ने भी महापुरखा ने परमात्मा की भजन बंदगी करने वालियां ने एक गल समझा देना कीती, गुरा एक देह बुझाई, एक गल समझा देना कीती। केड़ी गल? सबना जियां का एक दाता, सारे जीवां दा एक ही दाता, सारे इको ही दाता देने वाला है, सो मैं विसरना चाहिए। अरे उस प्रभु परमात्मा नूं मेरे को भुलिया ना जाए या मैं भुला ना दे। गुरु नानक देव जी महाराज जी आखते पे ने कि मैनू सारे महापुरखों ने गल समझा देना कीती, जब परमात्मा ने गल समझा देना कीती कि संसार नूं सारे को पैदा करने वाला, सारे को संभालने वाला, सारे को रिज़्क पहुंचाने वाला एक प्रभु परमात्मा है। उसनूं मैं कभी भी भुलावा ना, उसनूं कभी भी विसारा ना। सो सच्चे पातशाह रहमत करन असीं उस परमात्मा नूं उस तरीके दे नाल याद करिए तां कि असीं उस परमात्मा नाल जुड़ सकीए। गुरबाणी दी विचार करदियां होइआं बेअंत भुलां चुकां हुंदियां ने, गुरु ते संगत बख्शण योग है। भुल चुक दी खिमा। वाहिगुरू जी का खालसा, वाहिगुरू जी की फतेह।